प्यारे विद्यार्थियों, मेरा नाम बिपिन कौर सोडी है। मैं बतौर साइंस मिस्ट्रेस सरकारी हाई स्कूल पिंडरा ਜ਼ਿਲ੍ਹਾ ਸੰਗਰੂਰ ਵਿਖੇ ਸੇਵਾ ਨਿਭਾ ਰਹੀ ਹਾਂ। ਅੱਜ ਦੇ ਇਸ ਲੈਕਚਰ ਵਿੱਚ ਮੈਂ 10ਵੀਂ ਜਮਾਤ ਦੇ ਪਾਠ ਨੰਬਰ 6 ਜੈਵਿਕ ਪ੍ਰਕਿਰਿਆਵਾਂ ਦੇ ਇੱਕ ਸਬ ਟੌਪਿਕ ਮਨੁੱਖੀ ਦਿਲ ਅਤੇ ਲਹੂ ਗੇੜ ਪ੍ਰਣਾਲੀ ਬਾਰੇ ਤੁਹਾਡੇ ਨਾਲ ਡਿਸਕਸ਼ਨ ਕਰਾਂਗੀ। ਸਿੱਖਣ ਉਦੇਸ਼। ਲੈਕਚਰ ਦੇ ਅੰਤ ਤੱਕ ਵਿਦਿਆਰਥੀਆਂ ਨੂੰ ਹੇਠ ਲਿਖੇ ਪੁਆਇੰਟਸ ਬਾਰੇ ਪੂਰੀ ਜਾਣਕਾਰੀ ਹੋਵੇਗੀ। ਸਾਡੀ ਲਹੂ ਗੇੜ ਪ੍ਰਣਾਲੀ ਦੇ ਘਟਕ, ਦਿਲ ਦੀ ਅੰਦਰੂਨੀ ਬਣਤਰ ਕਿਹੋ ਜਿਹੀ ਹੈ, ਦਿਲ ਦੇ 4 ਖਾਨਿਆਂ ਦੀ ਪਹਿਚਾਣ ਕਰਨਾ, ਦਿਲ ਵਿੱਚ ਮੌਜੂਦ ਵਾਲਵਾਂ ਦੇ ਕਾਰਜ, ਦਿਲ ਦੀ ਕਾਰਜ ਵਿਧੀ ਸੰਬੰਧੀ ਵੀਡੀਓ ਦੇਖ ਕੇ ਸਮਝਣਾ, ਮਨੁੱਖ ਵਿੱਚ ਦੂਹਰੀ ਲਹੂ ਗੇੜ ਪ੍ਰਣਾਲੀ ਬਾਰੇ ਜਾਣਕਾਰੀ ਹਾਸਲ ਕਰਨਾ ਅਤੇ ਕੁਝ ਅਜਿਹੀਆਂ ਉਦਾਹਰਨਾਂ ਬਾਰੇ ਸਮਝਣਾ ਜਿਨ੍ਹਾਂ ਤੋਂ ਪਤਾ ਲੱਗੇ ਕਿ ਵੱਖ-ਵੱਖ ਜੀਵਾਂ ਵਿੱਚ ਦਿਲ ਦੇ ਖਾਨਿਆਂ ਦੀ ਗਿਣਤੀ ਵੱਖ-ਵੱਖ ਕਿਉਂ ਹੁੰਦੀ ਹੈ। ਸਾਡਾ ਦਿਲ ਬਾਹਰੋਂ ਕਿਵੇਂ ਦਿਖਦਾ ਹੈ? ਬਾਹਰੋਂ ਦਿਲ ਦੇ 2 ਭਾਗ ਹਨ। ਇਸ ਚੌੜੇ ਹਿੱਸੇ ਨੂੰ ਬੇਸ ਜਾਂ ਆਧਾਰ ਕਹਿੰਦੇ ਹਨ ਅਤੇ ਇਸ ਤਿਕੋਣੇ ਹਿੱਸੇ ਨੂੰ ਅਸੀਂ ਏਪੈਕਸ ਕਹਿੰਦੇ ਹਾਂ। ਮਨੁੱਖੀ ਦਿਲ ਲਗਭਗ 12 ਸੈਂਟੀਮੀਟਰ ਲੰਬਾ ਅਤੇ 9 ਸੈਂਟੀਮੀਟਰ ਚੌੜਾ ਹੁੰਦਾ ਹੈ। ਪੁਰਸ਼ਾਂ ਵਿੱਚ ਇਸ ਦਾ ਭਾਰ ਕੁਝ ਜ਼ਿਆਦਾ ਹੁੰਦਾ ਹੈ, 280 ਤੋਂ 340 ਗ੍ਰਾਮ। ਇਸਤਰੀਆਂ ਵਿੱਚ ਪੁਰਸ਼ਾਂ ਦੇ ਮੁਕਾਬਲੇ ਇਹ ਭਾਰ ਕੁਝ ਘੱਟ ਹੁੰਦਾ ਹੈ, ਲਗਭਗ 250 ਗ੍ਰਾਮ। ਦਿਲ ਬਾਹਰੋਂ ਪਰੀਹਿਰਦਾ ਜਾਂ ਪੈਰੀਕਾਰਡੀਅਮ ਨਾਮ ਦੀ ਸੁਰੱਖਿਆ ਝਿੱਲੀ ਨਾਲ ਢਕਿਆ ਹੁੰਦਾ ਹੈ, ਜਿਸ ਦੀਆਂ 2 ਪਰਤਾਂ ਹੁੰਦੀਆਂ ਹਨ। ਇਹਨਾਂ ਝਿੱਲੀਆਂ ਵਿੱਚ ਇੱਕ ਤਰਲ ਪਦਾਰਥ ਭਰਿਆ ਹੁੰਦਾ ਹੈ ਜਿਸ ਨੂੰ ਪਰੀਹਿਰਦਾ ਦ੍ਰਵ ਜਾਂ ਪੈਰੀਕਾਰਡੀਅਨ ਫਲੂਇਡ ਵੀ ਕਿਹਾ ਜਾਂਦਾ ਹੈ। ਇਹ ਦਿਲ ਨੂੰ ਧੱਕੇ ਜਾਂ ਸੱਟ ਤੋਂ ਬਚਾਉਂਦਾ ਹੈ ਅਤੇ ਸੁਤੰਤਰਤਾ ਪੂਰਵਕ ਧੜਕਣ ਵਿੱਚ ਸਹਾਈ ਹੁੰਦਾ ਹੈ। ਦਿਲ ਕਿੱਥੇ ਮੌਜੂਦ ਹੈ? ਦਿਲ ਇੱਕ ਪੇਸ਼ੀਦਾਰ ਲਾਲ ਭੂਰੇ ਰੰਗ ਦਾ ਤਿਕੋਣਾ ਪੰਪ ਕਰਨ ਵਾਲਾ ਅੰਗ ਹੈ ਜੋ ਛਾਤੀ ਖੋੜ ਜਾਂ ਥੋਰੈਸਿਕ ਕੈਵਿਟੀ ਵਿੱਚ ਮੌਜੂਦ ਹੁੰਦਾ ਹੈ। ਇਹ ਫੇਫੜਿਆਂ ਦੇ ਵਿਚਕਾਰ ਮੌਜੂਦ ਹੈ। ਦਿਲ ਦਾ 2/3 ਹਿੱਸਾ ਮੱਧ ਰੇਖਾ ਦੇ ਖੱਬੇ ਪਾਸੇ ਅਤੇ 1/3 ਹਿੱਸਾ ਮੱਧ ਰੇਖਾ ਦੇ ਸੱਜੇ ਪਾਸੇ ਮੌਜੂਦ ਹੁੰਦਾ ਹੈ। ਦਿਲ ਦੇ ਸੁਰੱਖਿਆ ਕਵਚ ਦੀ ਜੇ ਗੱਲ ਕਰੀਏ ਤਾਂ ਦਿਲ ਬਾਹਰੋਂ 2 ਪਰਤਾਂ ਦੇ ਬਣੇ ਪੈਰੀਕਾਰਡੀਅਮ ਨਾਲ ਢਕਿਆ ਹੁੰਦਾ ਹੈ। ਦਿਲ ਦੀ ਦੀਵਾਰ ਦੀਆਂ 3 ਪਰਤਾਂ ਹੁੰਦੀਆਂ ਹਨ। ਸਭ ਤੋਂ ਬਾਹਰੀ ਪਰਤ ਨੂੰ ਅਸੀਂ ਐਪੀਕਾਰਡੀਅਮ ਕਹਿੰਦੇ ਹਾਂ, ਜੋ ਇੱਥੇ ਹਲਕੇ ਗੁਲਾਬੀ ਰੰਗ ਨਾਲ ਦਿਖਾਈ ਗਈ ਹੈ। ਵਿਚਕਾਰਲੀ ਪਰਤ ਨੂੰ ਮਾਇਓਕਾਰਡੀਅਮ ਕਿਹਾ ਜਾਂਦਾ ਹੈ, ਜੋ ਇੱਥੇ ਗੂੜੇ ਜਾਮਣੀ ਰੰਗ ਨਾਲ ਦਿਖਾਈ ਗਈ ਹੈ। ਸਭ ਤੋਂ ਅੰਦਰੂਨੀ ਪਰਤ ਨੂੰ ਐਂਡੋਕਾਰਡੀਅਮ ਕਹਿੰਦੇ ਹਨ, ਜੋ ਇੱਥੇ ਸਫੇਦ ਰੰਗ ਨਾਲ ਦਿਖਾਈ ਗਈ ਹੈ। ਇਹਨਾਂ ਸਾਰੀਆਂ ਪਰਤਾਂ ਅਤੇ ਬਚਾਓ ਝਿੱਲੀਆਂ ਨੂੰ ਅੰਦਰੂਨੀ ਤੌਰ ਤੇ ਦਿਲ ਦੀ ਸੁਰੱਖਿਆ ਵਾਸਤੇ ਬਣਾਇਆ ਗਿਆ ਹੈ। ਦਿਲ ਦੀ ਅੰਦਰੋਂ ਖੋਖਲੀ ਕਾਟ ਜੇ ਦੇਖੀ ਜਾਵੇ ਤਾਂ ਸਾਨੂੰ ਅੰਦਰੂਨੀ ਬਣਤਰ ਬਾਰੇ ਪਤਾ ਚੱਲਦਾ ਹੈ। ਇਸ ਚਿੱਤਰ ਵਿੱਚ ਪੀਲੇ ਰੰਗ ਦੇ ਆਊਟਲਾਈਨ ਕੀਤੇ ਹੋਏ 4 ਖਾਨੇ ਸਪਸ਼ਟ ਦੇਖੇ ਜਾ ਸਕਦੇ ਹਨ। ਉੱਪਰਲੇ 2 ਖਾਨਿਆਂ ਨੂੰ ਔਰੀਕਲ ਜਾਂ ਏਟਰੀਅਮ ਕਹਿੰਦੇ ਹਾਂ। ਨੀਚਲੇ 2 ਖਾਨਿਆਂ ਨੂੰ ਵੈਂਟਰੀਕਲ ਕਿਹਾ ਜਾਂਦਾ ਹੈ। ਦੋਨੋਂ ਔਰੀਕਲ ਵਿਚਕਾਰੋਂ ਅੰਤਰ ਆਰੀਕੂਲਰ ਪਰਦੇ ਨਾਲ ਵੱਖ ਹੁੰਦੇ ਹਨ। ਇਸੇ ਤਰ੍ਹਾਂ ਦੋਵੇਂ ਵੈਂਟਰੀਕਲ ਵਿਚਕਾਰੋਂ ਅੰਤਰ ਵੈਂਟਰੀਕੂਲਰ ਪਰਦੇ ਨਾਲ ਵੱਖ ਹੁੰਦੇ ਹਨ। ਇਹ ਦੋਨੋਂ ਪਰਦੇ ਦਿਲ ਨੂੰ ਖੱਬੇ ਅਤੇ ਸੱਜੇ ਪਾਸੇ ਵਿੱਚ ਵੰਡ ਦਿੰਦੇ ਹਨ।
ਲਹੂ ਨੇ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦੋਵੇਂ ਹੀ ਲੈ ਕੇ ਜਾਣੇ ਹੁੰਦੇ ਹਨ। ਇਸ ਲਈ ਆਕਸੀਜਨ ਭਰਪੂਰ ਲਹੂ ਨੂੰ ਕਾਰਬਨ ਡਾਈਆਕਸਾਈਡ ਵਾਲੇ ਲਹੂ ਵਿੱਚ ਰਲਣ ਤੋਂ ਬਚਾਉਣ ਲਈ ਦਿਲ 4 ਖਾਨਿਆਂ ਵਿੱਚ ਵੰਡਿਆ ਹੁੰਦਾ ਹੈ। ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਇਹ ਦਿਲ ਦਾ ਸੱਜਾ ਪਾਸਾ ਹੈ ਅਤੇ ਇਹ ਦਿਲ ਦਾ ਖੱਬਾ ਪਾਸਾ ਹੈ। ਸੱਜੇ ਪਾਸੇ ਵੱਲ ਉੱਪਰ ਵਾਲੇ ਹਿੱਸੇ ਨੂੰ ਅਸੀਂ ਕਵਾਂਗੇ RA, ਜਾਨੀ ਪਹਿਲਾ ਖਾਨਾ, ਜਿਸ ਨੂੰ ਰਾਈਟ ਔਰਿਕਲ ਕਿਹਾ ਜਾਂਦਾ ਹੈ। RA ਦੇ ਬਿਲਕੁਲ ਨੀਚੇ ਕੀ ਆ ਜਾਏਗਾ? RV, ਯਾਨੀ ਰਾਈਟ ਵੈਂਟ੍ਰੀਕਲ, ਸੱਜਾ ਵੈਂਟ੍ਰੀਕਲ। ਇਹ ਸੱਜੇ ਪਾਸੇ ਦੇ 2 ਹਿੱਸੇ ਹਨ। ਇਹਨਾਂ ਦੋਨਾਂ ਭਾਗਾਂ ਦੇ ਵਿੱਚ ਇਹ 3 ਨੁਕਰੀ ਵਾਲਵ ਮੌਜੂਦ ਹੈ। ਇਸ ਵਾਲਵ ਦਾ ਕਾਰਜ ਹੈ ਕਿ ਸੱਜੇ ਔਰਿਕਲ ਤੋਂ ਜਦੋਂ ਲਹੂ ਨੀਚੇ ਸੱਜੇ ਵੈਂਟ੍ਰੀਕਲ ਵੱਲ ਜਾਵੇ ਤਾਂ ਲਹੂ ਵਾਪਸ ਸੱਜੇ ਔਰਿਕਲ ਵੱਲ ਨਾ ਪਰਤ ਸਕੇ। ਹੁਣ ਜੇਕਰ ਖੱਬੇ ਹਿੱਸੇ ਦੀ ਗੱਲ ਕੀਤੀ ਜਾਵੇ ਤਾਂ ਇਸ ਖਾਨੇ ਨੂੰ ਅਸੀਂ LA ਕਹਿੰਦੇ ਹਾਂ, ਯਾਨੀ ਖੱਬਾ ਔਰਿਕਲ। ਬਿਲਕੁਲ ਇਸ ਦੇ ਨੀਚੇ ਜੋ ਮੌਜੂਦ ਹੈ ਉਸ ਨੂੰ ਅਸੀਂ ਕਹਿੰਦੇ ਹਾਂ LV, ਯਾਨੀ ਖੱਬਾ ਵੈਂਟ੍ਰੀਕਲ। ਇਹਨਾਂ ਦੋਨਾਂ ਖਾਨਿਆਂ ਨੂੰ ਵੱਖ ਕਰਨ ਵਾਲਾ ਇੱਕ ਵਾਲਵ ਹੈ 2 ਨੁਕਰੀ ਵਾਲਵ। ਜਦੋਂ LA ਤੋਂ ਲਹੂ ਨੇ ਨੀਚੇ LV ਵੱਲ ਜਾਣਾ ਹੈ ਤਾਂ ਇਹ ਇੱਕੋ ਦਿਸ਼ਾ ਵਿੱਚ ਹੀ ਜਾ ਸਕੇਗਾ। ਵਾਲਵ ਦੀ ਮੌਜੂਦਗੀ ਕਾਰਨ ਲਹੂ ਵਾਪਸ LA ਵਿੱਚ ਨਹੀਂ ਜਾਵੇਗਾ। ਦਿਲ ਦੀ 2 ਹਿੱਸਿਆਂ ਵਿੱਚ ਕੀਤੀ ਗਈ ਵੰਡ ਇਸ ਲਈ ਹੁੰਦੀ ਹੈ ਤਾਂ ਜੋ ਸ਼ੁੱਧ ਅਤੇ ਅਸ਼ੁੱਧ ਖੂਨ ਆਪਸ ਵਿੱਚ ਨਾ ਰਲ ਸਕਣ। ਇਸ ਲੈਕਚਰ ਦੌਰਾਨ ਬਾਰ-ਬਾਰ ਕੁਝ ਅੰਗਰੇਜ਼ੀ ਦੇ ਸ਼ਬਦਾਂ ਦੀ ਅਬਰੀਵੀਏਸ਼ਨ ਦੇ ਰੂਪ ਵਿੱਚ ਵਰਤੋਂ ਹੋਵੇਗੀ। ਵਿਦਿਆਰਥੀਆਂ ਨੂੰ ਇਹਨਾਂ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ। RA, ਰਾਈਟ ਏਟਰੀਅਮ ਜਾਂ ਸੱਜਾ ਔਰਿਕਲ। LA, ਖੱਬਾ ਔਰਿਕਲ ਜਾਂ ਲੈਫਟ ਏਟਰੀਅਮ। RV, ਸੱਜਾ ਵੈਂਟ੍ਰੀਕਲ ਜਾਂ ਰਾਈਟ ਵੈਂਟ੍ਰੀਕਲ। LV, ਖੱਬਾ ਵੈਂਟ੍ਰੀਕਲ ਜਾਂ ਲੈਫਟ ਵੈਂਟ੍ਰੀਕਲ। ਸ਼ੁੱਧ ਲਹੂ ਜਾਂ ਪਿਓਰ ਬਲੱਡ ਕਿਸ ਨੂੰ ਕਹਿਣਾ ਹੈ? ਆਕਸੀਜਨ ਯੁਕਤ ਲਹੂ ਜਾਂ ਆਕਸੀਜਨੇਟਿਡ ਬਲੱਡ ਨੂੰ। ਅਸ਼ੁੱਧ ਲਹੂ ਜਾਂ ਇੰਪਿਓਰ ਬਲੱਡ ਕਿਸ ਨੂੰ ਕਹਿਣਾ ਹੈ? ਆਕਸੀਜਨ ਰਹਿਤ ਲਹੂ ਜਾਂ ਕਾਰਬਨ ਡਾਈਆਕਸਾਈਡ ਯੁਕਤ ਲਹੂ, ਡੀਆਕਸੀਜਨੇਟਿਡ ਬਲੱਡ। ਆਕਸੀਜਨ ਯੁਕਤ ਲਹੂ ਕਿਹੜਾ ਹੈ? ਜਿਸ ਲਹੂ ਵਿੱਚ ਘੁਲੀ ਹੋਈ ਆਕਸੀਜਨ ਮੌਜੂਦ ਹੈ। ਅਤੇ ਆਕਸੀਜਨ ਰਹਿਤ ਲਹੂ ਕਿਹੜਾ ਹੈ? ਜਿਸ ਲਹੂ ਵਿੱਚ ਘੁਲੀ ਹੋਈ ਆਕਸੀਜਨ ਮੌਜੂਦ ਨਹੀਂ ਹੈ। ਇਸ ਚਿੱਤਰ ਰਾਹੀਂ ਫੇਰ ਮਨੁੱਖੀ ਦਿਲ ਦੇ 4 ਖਾਨਿਆਂ ਦੀ ਸਥਿਤੀ ਜਾਂ ਪੋਜੀਸ਼ਨ ਨੂੰ ਫੇਰ ਸਮਝੀਏ। ਮਨੁੱਖੀ ਦਿਲ ਵਿੱਚ ਪਹਿਲਾਂ ਦੱਸੇ ਅਨੁਸਾਰ 4 ਖਾਨੇ ਹੁੰਦੇ ਹਨ। ਇਹ ਸੱਜਾ ਭਾਗ ਹੈ ਦਿਲ ਦਾ। ਉੱਪਰਲੇ ਖਾਨੇ ਨੂੰ ਸੱਜਾ ਔਰਿਕਲ, ਨੀਚਲੇ ਖਾਨੇ ਨੂੰ ਸੱਜਾ ਵੈਂਟ੍ਰੀਕਲ ਕਹਿੰਦੇ ਹਨ। ਇਹ ਦਿਲ ਦਾ ਖੱਬਾ ਭਾਗ ਹੈ। ਉੱਪਰਲੇ ਖਾਨੇ ਨੂੰ ਖੱਬਾ ਔਰਿਕਲ ਅਤੇ ਹੇਠਲੇ ਖਾਨੇ ਨੂੰ ਖੱਬਾ ਵੈਂਟ੍ਰੀਕਲ ਕਹਿੰਦੇ ਹਨ। ਵਿਦਿਆਰਥੀਓ, ਤੁਹਾਡੇ ਲਈ ਇਹ ਜਾਣਕਾਰੀ ਬਹੁਤ ਜ਼ਰੂਰੀ ਹੈ ਕਿ ਉੱਪਰਲੇ 2 ਖਾਨੇ ਹਮੇਸ਼ਾ ਔਰਿਕਲ ਹੋਣਗੇ, ਨੀਚਲੇ 2 ਖਾਨੇ ਹਮੇਸ਼ਾ ਵੈਂਟ੍ਰੀਕਲ ਹੋਣਗੇ। ਹੁਣ ਕਈ ਬੱਚੇ ਕਨਫਿਊਜ਼ ਹੁੰਦੇ ਹਨ ਕਿ ਤੁਹਾਡਾ ਹੱਥ ਤਾਂ ਸੱਜਾ ਬੈਠ ਰਿਹਾ ਹੈ ਪਰ ਦਿਲ ਦਾ ਪਾਸਾ ਇਹ ਕਿਹੜਾ ਹੋਏਗਾ? ਖੱਬਾ। ਇਸ ਪਾਸੇ ਤੁਹਾਡਾ ਹੱਥ ਤਾਂ ਖੱਬਾ ਬੈਠ ਰਿਹਾ ਹੈ ਪਰ ਇਹ ਦਿਲ ਦਾ ਕਿਹੜਾ ਪਾਸਾ ਹੋਏਗਾ? ਸੱਜਾ। ਦਿਲ ਦੇ ਵਾਲਵ। ਵਾਲਵ ਨੂੰ ਸਧਾਰਨ ਭਾਸ਼ਾ ਵਿੱਚ ਇੱਕ ਦਿਸ਼ਾ ਵਿੱਚ ਖੁੱਲਣ ਵਾਲਾ ਢੱਕਣ ਸਮਝਿਆ ਜਾ ਸਕਦਾ ਹੈ। ਇਹ ਲਹੂ ਨੂੰ ਇੱਕ ਦਿਸ਼ਾ ਵਿੱਚ ਤਾਂ ਵਗਣ ਦਿੰਦਾ ਹੈ
ਪਰ ਉਸ ਨੂੰ ਵਾਪਸ ਪਰਤਨ ਨਹੀਂ ਦਿੰਦਾ। ਹੁਣ ਤੱਕ ਦਿਲ ਦੇ 2 ਵਾਲਵਾਂ ਦੀ ਜਾਣਕਾਰੀ ਤੁਹਾਨੂੰ ਦਿੱਤੀ ਗਈ ਸੀ। ਇਸ ਸਲਾਈਡ ਦੇ ਰਾਹੀਂ ਤੁਹਾਨੂੰ ਦਿਲ ਦੇ ਕੁੱਲ 4 ਵਾਲਵਾਂ ਬਾਰੇ ਦੱਸਿਆ ਜਾਵੇਗਾ। ਸਭ ਤੋਂ ਪਹਿਲਾਂ ਸੱਜੇ ਔਰੀਕਲ ਅਤੇ ਸੱਜੇ ਵੈਂਟ੍ਰੀਕਲ ਦੇ ਵਿਚਕਾਰ 3 ਨੁਕਰੀ ਵਾਲਵ ਮੌਜੂਦ ਹੁੰਦਾ ਹੈ। ਖੱਬੇ ਔਰੀਕਲ ਅਤੇ ਖੱਬੇ ਵੈਂਟ੍ਰੀਕਲ ਦੇ ਦਰਮਿਆਨ 2 ਨੁਕਰੀ ਵਾਲਵ ਮੌਜੂਦ ਹੁੰਦਾ ਹੈ। ਪਲਮੋਨਰੀ ਵਾਲਵ, ਪਲਮੋਨਰੀ ਸ਼ਬਦ ਫੇਫੜੇ ਵਾਸਤੇ ਵਰਤਿਆ ਜਾਂਦਾ ਹੈ। ਇਹ ਫੇਫੜਾ ਧਮਨੀ ਅਤੇ ਸੱਜੇ ਵੈਂਟ੍ਰੀਕਲ ਦੇ ਵਿਚਕਾਰ ਮੌਜੂਦ ਹੁੰਦਾ ਹੈ। ਲਹੂ ਕੇਵਲ ਵੈਂਟ੍ਰੀਕਲ ਤੋਂ ਪਲਮੋਨਰੀ ਵਾਲਵ ਵਾਲੇ ਪਾਸੇ ਹੀ ਜਾ ਸਕਦਾ ਹੈ, ਵਾਪਸ ਨਹੀਂ ਪਰਤ ਸਕਦਾ। ਏਓਰਟਿਕ ਵਾਲਵ, ਇਹ ਖੱਬੇ ਵੈਂਟ੍ਰੀਕਲ ਅਤੇ ਮਹਾਧਮਨੀ ਦਰਮਿਆਨ ਮੌਜੂਦ ਵਾਲਵ ਹੈ। ਲਹੂ ਕੇਵਲ ਖੱਬੇ ਵੈਂਟ੍ਰੀਕਲ LV ਤੋਂ ਮਹਾਧਮਨੀ ਵੱਲ ਹੀ ਵਗ ਸਕਦਾ ਹੈ। ਪਰਿਵਹਿਨ ਤੋਂ ਭਾਵ ਹੁੰਦਾ ਹੈ ਪਦਾਰਥਾਂ ਦਾ ਇੱਕ ਥਾਂ ਤੋਂ ਦੂਜੇ ਥਾਂ ਤੱਕ ਜਾਣਾ। ਮਨੁੱਖ ਵਿੱਚ ਪਰਿਵਹਿਨ ਪ੍ਰਣਾਲੀ ਦੇ ਕੁਝ ਘਟਕ ਹਨ। ਸਭ ਤੋਂ ਪਹਿਲਾ ਦਿਲ। ਦਿਲ ਇੱਕ ਪੰਪ ਕਰਨ ਵਾਲਾ ਅੰਗ ਹੈ ਜੋ ਲਹੂ ਨੂੰ ਗੇੜਦਾ ਹੈ। ਦੂਸਰਾ ਲਹੂ, ਇਹ ਤਰਲ ਟਿਸ਼ੂ ਹੈ ਜੋ ਸਰੀਰ ਵਿੱਚ ਆਕਸੀਜਨ, ਭੋਜਨ ਅਤੇ ਵਾਧੂ ਪਦਾਰਥਾਂ ਦਾ ਪਰਿਵਹਿਨ ਕਰਦਾ ਹੈ, ਭਾਵ ਟਰਾਂਸਪੋਰਟ ਕਰਦਾ ਹੈ। ਲਹੂ ਸਿਰਫ ਲਹੂ ਵਹਿਣੀਆਂ ਵਿੱਚ ਹੀ ਵਗ ਸਕਦਾ ਹੈ। ਇਹਨਾਂ ਨੂੰ ਉਹ ਪਾਈਪ ਕਿਹਾ ਜਾ ਸਕਦਾ ਹੈ ਜਿਨ੍ਹਾਂ ਵਿੱਚੋਂ ਲਹੂ ਵਗੇ। ਇਹ ਵਹਿਣੀਆਂ 3 ਪ੍ਰਕਾਰ ਦੀਆਂ ਹੁੰਦੀਆਂ ਹਨ। ਸਭ ਤੋਂ ਪਹਿਲਾਂ ਧਮਨੀਆਂ। ਲਹੂ ਨੂੰ ਦਿਲ ਤੋਂ ਅੰਗਾਂ ਤੱਕ ਲਿਜਾਣ ਲਈ ਧਮਨੀਆਂ ਵਰਤੀਆਂ ਜਾਂਦੀਆਂ ਹਨ। ਚਿੱਤਰ ਵਿੱਚ ਲਾਲ ਰੰਗ ਦਾ ਜੋ ਟਿਊਬ ਵਾਲਾ ਹਿੱਸਾ ਹੈ ਉਹ ਧਮਨੀਆਂ ਹਨ। ਲਹੂ ਉੱਚ ਦਬਾਅ ਤੇ ਨਿਕਲਣਾ ਹੁੰਦਾ ਹੈ, ਇਸ ਲਈ ਧਮਨੀ ਦੀ ਕੰਧ ਬਹੁਤ ਮੋਟੀ ਹੁੰਦੀ ਹੈ ਅਤੇ ਇਸ ਦੇ ਦਰਮਿਆਨ ਕੋਈ ਵਾਲਵ ਮੌਜੂਦ ਨਹੀਂ ਹੁੰਦਾ। ਸ਼ਿਰਾਵਾਂ। ਸ਼ਿਰਾਵਾਂ ਅੰਗਾਂ ਤੋਂ ਲਹੂ ਨੂੰ ਲੈ ਕੇ ਦਿਲ ਤੱਕ ਪਹੁੰਚਾਉਂਦੀਆਂ ਹਨ। ਇਹਨਾਂ ਨੂੰ ਵੇਨਸ ਵੀ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਵਿੱਚ ਲਹੂ ਦਬਾਅ ਅਧੀਨ ਨਹੀਂ ਹੁੰਦਾ, ਇਸ ਲਈ ਸ਼ਿਰਾਵਾਂ ਦੀਆਂ ਕੰਧਾਂ ਪਤਲੀਆਂ ਹੁੰਦੀਆਂ ਹਨ। ਇਹਨਾਂ ਵਿੱਚ ਵਾਲਵ ਵੀ ਮੌਜੂਦ ਹੁੰਦੇ ਹਨ ਜੋ ਲਹੂ ਨੂੰ ਵਾਪਸ ਪਰਤਨ ਨਹੀਂ ਦਿੰਦੇ। ਇਸ ਚਿੱਤਰ ਵਿੱਚ ਨੀਲੇ ਰੰਗ ਨਾਲ ਸ਼ਿਰਾਵਾਂ ਦਿਖਾਈਆਂ ਗਈਆਂ ਹਨ। ਕੋਸ਼ਿਕਾਵਾਂ। ਕਿਸੇ ਵੀ ਅੰਗ ਵਿੱਚ ਧਮਨੀਆਂ ਬਹੁਤ ਬਰੀਕ ਟਿਊਬਾਂ ਵਿੱਚ ਵੰਡੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਕੋਸ਼ਿਕਾਵਾਂ ਕਹਿੰਦੇ ਹਨ। ਇਹ ਕੋਸ਼ਿਕਾਵਾਂ ਵਾਪਸ ਮਿਲ ਕੇ ਫਿਰ ਸ਼ਿਰਾਵਾਂ ਦਾ ਰੂਪ ਲੈ ਲੈਂਦੀਆਂ ਹਨ। ਲਹੂ ਅਤੇ ਸੈੱਲਾਂ ਦੇ ਵਿਚਕਾਰ ਭੋਜਨ ਪਦਾਰਥਾਂ, ਗੈਸਾਂ, ਫਾਲਤੂ ਪਦਾਰਥਾਂ ਅਤੇ ਹਾਰਮੋਨਸ ਦਾ ਆਦਾਨ ਪ੍ਰਦਾਨ ਕੋਸ਼ਿਕਾਵਾਂ ਵਿੱਚ ਹੀ ਹੁੰਦਾ ਹੈ। ਲਸੀਕਾ। ਇਹ ਇੱਕ ਵੱਖਰੀ ਕਿਸਮ ਦਾ ਦਰਵ ਹੈ ਜੋ ਪਰਿਵਹਿਨ ਵਿੱਚ ਮਦਦ ਕਰਦਾ ਹੈ। ਪਚਿਆ ਹੋਇਆ ਅਤੇ ਛੋਟੀ ਆਂਦਰ ਦੁਆਰਾ ਜਜ਼ਬ ਕੀਤਾ ਗਿਆ ਫੈਟਸ ਦਾ ਪਰਿਵਹਿਨ ਲਸੀਕਾ ਦੁਆਰਾ ਹੀ ਹੁੰਦਾ ਹੈ। ਦਿਲ ਕਿਵੇਂ ਆਕਸੀਜਨ ਰਹਿਤ ਲਹੂ ਨੂੰ ਆਕਸੀਜਨ ਯੁਕਤ ਲਹੂ ਵਿੱਚ ਬਦਲਦਾ ਹੈ, ਇਸ ਦੀ ਕਾਰਜ ਵਿਧੀ ਅਤੇ ਦੂਹਰੀ ਲਹੂ ਗੇੜ ਪ੍ਰਣਾਲੀ ਬਾਰੇ ਜਾਣਕਾਰੀ ਅਗਲੇ 2 ਵੀਡੀਓਜ਼ ਰਾਹੀਂ ਲਈ ਜਾ ਸਕਦੀ ਹੈ। ਦਿਲ ਸਾਡੇ ਪੂਰੇ ਜੀਵਨ ਕਾਲ ਵਿੱਚ ਧੜਕਦਾ ਰਹਿੰਦਾ ਹੈ। ਦਿਲ ਦੀ ਧੜਕਣ ਉਸ ਦੇ ਪੱਠਿਆਂ ਦੇ ਸੁੰਗੜਨ ਅਤੇ ਫੈਲਣ ਦੇ ਕਾਰਨ ਬਣਦੀ ਹੈ। ਜੇਕਰ ਦਿਲ ਦੀ ਬਣਤਰ ਅਤੇ ਕਾਰਜਵਿਧੀ ਵੱਲ ਧਿਆਨ ਦਿੱਤਾ ਜਾਵੇ, ਦਿਲ ਦੇ 4 ਖਾਨੇ ਹਨ। ਉੱਪਰਲੇ ਦੋਨੋਂ ਔਰੀਕਲ, ਨੀਚਲੇ ਦੋਨੋਂ ਵੈਂਟ੍ਰੀਕਲ।
इधरला पासा सज्जा पासा कहाउंदा है, इधरला पासा खब्बा पासा कहाउंदा है। ਉੱਪਰ ਅਸੀਂ ਫੇਫੜੇ ਲਿਖੇ ਹੋਏ ਨੇ, ਨੀਚੇ ਸਰੀਰ ਦੇ ਸਾਰੇ ਅੰਗ। ਹੁਣ ਮੈਂ ਇਸ ਫਲੋ ਚਾਰਟ ਰਾਹੀਂ ਤੁਹਾਨੂੰ ਆਈਡੀਆ ਦਊਂਗੀ ਕਿ ਦਿਲ ਕਿਵੇਂ ਕੰਮ ਕਰਦਾ ਹੈ। ਸਭ ਤੋਂ ਪਹਿਲਾਂ ਫੇਫੜੇ ਤੋਂ ਫੇਫੜਾ ਸ਼ਿਰਾ ਰਾਹੀਂ ਆਕਸੀਜਨ ਨਾਲ ਭਰਿਆ ਲਹੂ ਸਾਡੇ ਖੱਬੇ ਔਰੀਕਲ ਦੇ ਵਿੱਚ ਦਾਖਲ ਹੁੰਦਾ ਹੈ। ਜਦੋਂ ਖੱਬਾ ਔਰੀਕਲ ਸੁੰਗੜੇਗਾ ਤਾਂ ਸਾਰਾ ਲਹੂ ਕਿੱਧਰ ਨੂੰ ਜਾਏਗਾ? ਨੀਚੇ ਖੱਬੇ ਵੈਂਟਰੀਕਲ ਵੱਲ। ਕਿਹਦੇ ਰਾਹੀਂ? ਇੱਕ ਦੋ ਨੁਕਰੀ ਵਾਲਵ ਰਾਹੀਂ। ਹੁਣ ਖੱਬਾ ਵੈਂਟਰੀਕਲ ਜਦੋਂ ਸੁੰਗੜਦਾ ਹੈ ਤਾਂ ਮਹਾਧਮਣੀ ਰਾਹੀਂ ਸਾਰਾ ਜਿਹੜਾ ਆਕਸੀਜਨ ਨਾਲ ਭਰਿਆ ਬਲੱਡ ਹੈ ਉਹ ਕਿੱਥੇ ਭੇਜ ਦਿੱਤਾ ਜਾਂਦਾ ਹੈ? ਸਰੀਰ ਦੇ ਸਾਰੇ ਅੰਗਾਂ ਦੇ ਵਿੱਚ। ਸਰੀਰ ਦੇ ਇਹ ਅੰਗ, ਉਹਨਾਂ ਦੇ ਸਾਰੇ ਸੈੱਲ ਇਸ ਲਹੂ ਦੇ ਵਿੱਚੋਂ ਆਪਣੀ ਲੋੜੀਂਦੀ ਆਕਸੀਜਨ ਅਤੇ ਭੋਜਨ ਪਦਾਰਥ, ਹਾਰਮੋਨ ਆਦਿ ਲੈ ਲੈਂਦੇ ਹਨ। ਬਦਲੇ ਵਿੱਚ ਉਹਨਾਂ ਵਿੱਚ ਜਿਹੜੇ ਫਾਲਤੂ ਪਦਾਰਥ ਦੇ ਰੂਪ 'ਚ ਕਾਰਬਨ ਡਾਈਆਕਸਾਈਡ ਪਈ ਹੈ ਉਹ ਲਹੂ ਦੇ ਵਿੱਚ ਮਿਕਸ ਹੋ ਜਾਂਦੀ ਹੈ। ਹੁਣ ਮਹਾਸ਼ਿਰਾ ਰਾਹੀਂ ਸਰੀਰ ਦੇ ਸਾਰੇ ਅੰਗਾਂ ਤੋਂ ਇਹ ਆਕਸੀਜਨ ਰਹਿਤ ਜਿਹੜਾ ਹੈ ਲਹੂ, ਰਹਿਤ ਮੀਨਸ ਆਕਸੀਜਨ ਤੋਂ ਬਿਨਾਂ ਵਾਲਾ ਲਹੂ ਜਿਹੜਾ ਹੈ ਕਿੱਥੇ ਜਾ ਕੇ ਐਂਟਰ ਕਰੇਗਾ? ਸਾਡੇ ਸੱਜੇ ਔਰੀਕਲ ਵਿੱਚ ਐਂਟਰ ਕਰੇਗਾ। ਸੱਜਾ ਔਰੀਕਲ ਸੁੰਗੜੇਗਾ ਤਾਂ ਸਾਰਾ ਬਲੱਡ ਕਿੱਧਰ ਜਾਏਗਾ? ਨੀਚੇ ਸੱਜੇ ਵੈਂਟਰੀਕਲ ਦੇ ਵਿੱਚ। ਕਿਹਦੇ ਰਾਹੀਂ? ਤਿੰਨ ਨੁਕਰੀ ਵਾਲਵ ਰਾਹੀਂ। ਸੱਜੇ ਵੈਂਟਰੀਕਲ ਤੋਂ ਆ ਹਰੇ ਰੰਗ ਦੀ ਲਾਈਨ ਜੇਕਰ ਤੁਸੀਂ ਦੇਖੋ ਤਾਂ ਫੇਫੜਾ ਧਮਣੀ ਜਿਹੜੀ ਹੈ ਸੱਜੇ ਵੈਂਟਰੀਕਲ ਤੋਂ ਲਹੂ ਨੂੰ ਇੱਕ ਵਾਰ ਫੇਰ ਕਿੱਥੇ ਭੇਜ ਦਿੰਦੀ ਹੈ? ਫੇਫੜੇ ਦੇ ਅੰਦਰ ਭੇਜ ਦਿੰਦੀ ਹੈ। ਇੱਥੇ ਜਾ ਕੇ ਫੇਫੜਿਆਂ ਤੋਂ ਲਹੂ ਵਿੱਚ ਆਕਸੀਜਨ ਐਡ ਹੁੰਦੀ ਹੈ ਅਤੇ ਇਹੀ ਆਕਸੀਜਨ ਯੁਕਤ ਲਹੂ ਦੁਬਾਰਾ ਫੇਰ ਖੱਬੇ ਔਰੀਕਲ ਵਿੱਚ ਜਾਂਦਾ ਹੈ ਅਤੇ ਇਹ ਸਾਈਕਲ ਜਿਹੜੀ ਹੈ ਬਾਰ-ਬਾਰ ਰਿਪੀਟ ਹੁੰਦੀ ਹੈ। ਮਨੁੱਖ ਵਿੱਚ ਦੋਹਰੀ ਲਹੂ ਗੇੜ ਪ੍ਰਣਾਲੀ ਪਾਈ ਜਾਂਦੀ ਹੈ। ਇਸ ਤੋਂ ਕੀ ਭਾਵ ਹੈ? ਇਸ ਫਲੋ ਚਾਰਟ ਵੱਲ ਧਿਆਨ ਦਿੱਤਾ ਜਾਵੇ। ਆਕਸੀਜਨ ਰਹਿਤ ਲਹੂ ਜਿਹੜਾ ਹੈ ਉਹ ਸੱਜੇ ਔਰੀਕਲ 'ਚ ਐਂਟਰ ਕਰਦਾ ਹੈ। ਉਸ ਤੋਂ ਬਾਅਦ ਉਹ ਸੁੰਗੜਦਾ ਹੈ ਤਾਂ ਲਹੂ ਕਿੱਧਰ ਜਾਂਦਾ ਹੈ? ਸੱਜੇ ਵੈਂਟਰੀਕਲ ਵੱਲ। ਇਹੀ ਅੱਗੋਂ ਸੁੰਗੜ ਕੇ ਕਿੱਧਰ ਨੂੰ ਭੇਜ ਦਿੰਦਾ ਹੈ? ਫੇਫੜਿਆਂ ਵੱਲ। ਫੇਫੜਿਆਂ ਕੋਲ ਤਾਂ ਭੇਜਿਆ ਜਾਂਦਾ ਹੈ ਕਿ ਆਕਸੀਜਨ ਇਹਦੇ ਵਿੱਚ ਐਡ ਹੋ ਸਕੇ। ਹੁਣ ਫੇਫੜਿਆਂ ਨੇ ਆਕਸੀਜਨ ਯੁਕਤ ਲਹੂ ਬਣਾਤਾ ਤਾਂ ਇਹ ਲਹੂ ਹੁਣ ਕਿੱਧਰ ਐਂਟਰ ਕੀਤਾ ਸੀ? ਲੈਫਟ ਔਰੀਕਲ ਦੇ ਵਿੱਚ, ਉਸ ਤੋਂ ਬਾਅਦ ਲੈਫਟ ਵੈਂਟਰੀਕਲ ਦੇ ਵਿੱਚ, ਤੇ ਇਹੀ ਆਕਸੀਜਨ ਯੁਕਤ ਲਹੂ ਅੱਗੋਂ ਕਿੱਥੇ ਭੇਜ ਦਿੱਤਾ ਗਿਆ ਸੀ? ਸਰੀਰ ਦੇ ਅੰਗਾਂ ਤੱਕ। ਹੁਣ ਇੱਥੇ ਤੱਕ ਇੱਕ ਸਾਈਕਲ ਕੰਪਲੀਟ ਹੋ ਜਾਂਦੀ ਹੈ। ਪਰ ਜੇ ਤੁਸੀਂ ਧਿਆਨ ਨਾਲ ਦੇਖੋਗੇ ਸਾਈਕਲ ਕੰਪਲੀਟ ਹੋਣ ਦੇ ਵਿੱਚ ਇੱਕ ਅੰਸ਼ ਬਾਕੀ ਹੈ। ਸਰੀਰ ਦੇ ਅੰਗਾਂ ਤੋਂ ਆਕਸੀਜਨ ਰਹਿਤ ਬਲੱਡ ਜਿਹੜਾ ਹੈ ਵਾਪਸ ਫੇਰ ਕਿੱਥੇ ਭੇਜ ਦਿੱਤਾ ਜਾਂਦਾ ਹੈ? ਸੱਜੇ ਔਰੀਕਲ ਦੇ ਵਿੱਚ। ਇਹ ਸਾਈਕਲ ਲਗਾਤਾਰ ਚੱਲਦੀ ਰਹਿੰਦੀ ਹੈ। ਬਿਨਾਂ ਆਕਸੀਜਨ ਵਾਲਾ ਲਹੂ ਦਿਲ 'ਚ ਐਂਟਰ ਕਰਦਾ ਹੈ ਤੇ ਆਕਸੀਜਨ ਰਲਿਆ ਹੋਇਆ ਲਹੂ ਜਿਹੜਾ ਹੈ ਉਹ ਦਿਲ 'ਚੋਂ ਬਾਹਰ ਅੰਗਾਂ ਤੱਕ ਜਾਈ ਜਾਂਦਾ ਹੈ। ਹੁੰਦਾ ਕੀ ਹੈ? ਜੇ ਤੁਸੀਂ ਧਿਆਨ ਨਾਲ ਦੇਖੋ ਲਹੂ ਇੱਕ ਸਾਈਕਲ ਦੌਰਾਨ ਹੀ 2 ਵਾਰ ਦਿਲ ਵਿੱਚ ਐਂਟਰ ਕਰਦਾ ਹੈ। ਪਹਿਲੀ ਵਾਰ ਰਾਈਟ ਔਰੀਕਲ ਟਾਈਮ ਐਂਟਰ ਕੀਤਾ, ਫਿਰ ਫੇਫੜਿਆਂ ਵੱਲ ਬਾਹਰ ਨਿਕਲ ਗਿਆ, ਫਿਰ ਫੇਫੜਿਆਂ ਤੋਂ ਆਕਸੀਜਨ ਲੈ ਕੇ ਦੂਜੀ ਵਾਰ ਫੇਰ ਲੈਫਟ ਔਰੀਕਲ 'ਚ ਐਂਟਰ ਕੀਤਾ ਅਤੇ ਇਸ ਤਰ੍ਹਾਂ ਇਹ ਸਾਈਕਲ ਚੱਲੀ। ਤਾਂ ਜੇ ਤੁਸੀਂ ਦੇਖੋਗੇ ਆਹ 2 ਪੁਆਇੰਟਸ ਹੈ ਜਿੱਥੇ ਲਹੂ ਦਿਲ ਵਿੱਚ 2 ਵਾਰ ਐਂਟਰ ਕਰਦਾ ਹੈ। ਇੱਕ ਸਾਈਕਲ ਵਿੱਚ 2 ਵਾਰ ਲਹੂ ਦਿਲ ਵਿੱਚ ਐਂਟਰ ਕਰਨ ਕਾਰਨ ਹੀ ਮਨੁੱਖੀ ਲਹੂ ਗੇੜ ਪ੍ਰਣਾਲੀ ਨੂੰ ਅਸੀਂ ਦੂਹਰੀ ਲਹੂ ਗੇੜ ਪ੍ਰਣਾਲੀ ਕਹਿੰਦੇ। ਦੂਹਰੀ ਲਹੂ ਗੇੜ ਪ੍ਰਣਾਲੀ ਦੀਆਂ 2 ਕਿਸਮਾਂ ਹੁੰਦੀਆਂ ਹਨ। ਪਲਮੋਨਰੀ ਲਹੂ ਗੇੜ ਪ੍ਰਣਾਲੀ, ਜਿਸ ਨੂੰ ਫੇਫੜਾ ਲਹੂ ਗੇੜ ਵੀ ਕਿਹਾ ਜਾਂਦਾ ਹੈ, ਅਤੇ ਸਿਸਟੈਮਿਕ ਲਹੂ ਗੇੜ ਪ੍ਰਣਾਲੀ। ਫੇਫੜਾ ਲਹੂ ਗੇੜ ਜਾਂ ਪਲਮੋਨਰੀ ਸਰਕੂਲੇਸ਼ਨ ਇਹ ਦਿਲ ਅਤੇ ਫੇਫੜਿਆਂ ਦੇ ਦਰਮਿਆਨ ਹੁੰਦੀ ਹੈ। ਆਕਸੀਜਨ ਰਹਿਤ ਲਹੂ ਫੇਫੜਿਆਂ ਨੂੰ ਭੇਜਿਆ ਜਾਂਦਾ ਹੈ। ਫੇਫੜੇ ਇਸ ਵਿੱਚ ਆਕਸੀਜਨ ਰਲਾ ਕੇ ਵਾਪਸ ਦਿਲ ਵਿੱਚ ਉਸ ਲਹੂ ਨੂੰ ਭੇਜ ਦਿੰਦੇ ਹਨ। ਚਿੱਤਰ ਦੇ ਉੱਪਰਲੇ ਹਿੱਸੇ ਵਿੱਚ ਦੇਖਿਆ ਜਾ ਸਕਦਾ ਹੈ ਇਹ ਪਲਮੋਨਰੀ ਲਹੂ ਗੇੜ ਨੂੰ ਦਰਸਾ ਰਿਹਾ ਹੈ। ਸਿਸਟੈਮਿਕ ਲਹੂ ਗੇੜ ਪ੍ਰਣਾਲੀ ਇਹ ਦਿਲ ਅਤੇ ਸਰੀਰ ਦੇ ਸਾਰੇ ਅੰਗਾਂ ਦੇ ਦਰਮਿਆਨ ਹੁੰਦੀ ਹੈ, ਪਰ ਫੇਫੜਿਆਂ ਨੂੰ ਛੱਡ ਕੇ। ਇੱਥੇ ਇੱਕ ਗੱਲ ਧਿਆਨ ਦੇਣ ਯੋਗ ਹੈ
ਕਿ ਧਮਨੀਆਂ ਹਮੇਸ਼ਾ ਆਕਸੀਜਨ ਯੁਕਤ ਲਹੂ ਦਾ ਪਰਿਵਹਨ ਕਰਦੀਆਂ ਹਨ, ਤਾਂ ਹੀ ਲਾਲ ਰੰਗ ਨਾਲ ਇਹਨਾਂ ਨੂੰ ਦਰਸਾਇਆ ਜਾਂਦਾ ਹੈ। ਸ਼ਿਰਾਵਾਂ ਹਮੇਸ਼ਾ ਆਕਸੀਜਨ ਰਹਿਤ ਲਹੂ ਦਾ ਪਰਿਵਹਨ ਕਰਦੀਆਂ ਹਨ ਅਤੇ ਇਹਨਾਂ ਨੂੰ ਨੀਲੇ ਰੰਗ ਨਾਲ ਦਰਸਾਇਆ ਜਾਂਦਾ ਹੈ। ਸਿਰਫ ਫੇਫੜਾ ਸ਼ਿਰਾ ਇਕੱਲੀ ਅਜਿਹੀ ਸ਼ਿਰਾ ਹੈ ਜੋ ਆਕਸੀਜਨ ਯੁਕਤ ਲਹੂ ਨੂੰ ਫੇਫੜਿਆਂ ਤੋਂ ਦਿਲ ਤੱਕ ਲੈ ਕੇ ਜਾਂਦੀ ਹੈ। ਬਾਕੀ ਸਾਰੀਆਂ ਸ਼ਿਰਾਵਾਂ ਆਕਸੀਜਨ ਰਹਿਤ ਲਹੂ ਦਾ ਪਰਿਵਹਨ ਕਰਦੀਆਂ ਹਨ। ਦਿਲ ਦਾ ਮਹੱਤਵਪੂਰਨ ਕਾਰਜ ਲਹੂ ਨੂੰ ਪੰਪ ਦੀ ਤਰ੍ਹਾਂ ਗੇੜਨਾ ਹੁੰਦਾ ਹੈ। ਇਹ ਅਸ਼ੁੱਧ ਲਹੂ ਨੂੰ ਸ਼ੁੱਧ ਲਹੂ ਵਿੱਚ ਬਦਲਦਾ ਹੈ, ਭਾਵ ਸਰੀਰ ਦੇ ਅੰਗਾਂ ਤੋਂ ਆਕਸੀਜਨ ਰਹਿਤ ਲਹੂ ਨੂੰ ਗ੍ਰਹਿਣ ਕਰਕੇ ਆਕਸੀਜਨ ਯੁਕਤ ਲਹੂ ਵਿੱਚ ਬਦਲਦਾ ਹੈ, ਜਿਸ ਨੂੰ ਮੁੜ ਅੰਗਾਂ ਵੱਲ ਭੇਜ ਦਿੱਤਾ ਜਾਂਦਾ ਹੈ। ਇੱਕ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਥਣਧਾਰੀਆਂ ਅਤੇ ਪੰਛੀਆਂ ਵਿੱਚ ਆਕਸੀਜਨ ਯੁਕਤ ਅਤੇ ਆਕਸੀਜਨ ਰਹਿਤ ਲਹੂ ਨੂੰ ਵੱਖ ਰੱਖਣਾ ਕਿਉਂ ਜ਼ਰੂਰੀ ਹੁੰਦਾ ਹੈ? ਤਾਂ ਉੱਤਰ ਹੈ, ਦਿਲ ਦੇ ਖੱਬੇ ਅਤੇ ਸੱਜੇ ਭਾਗ ਦੀ ਵੰਡ ਆਕਸੀਜਨ ਯੁਕਤ ਅਤੇ ਆਕਸੀਜਨ ਰਹਿਤ ਲਹੂ ਨੂੰ ਆਪਸ ਵਿੱਚ ਮਿਲਣ ਤੋਂ ਰੋਕਦੀ ਹੈ। ਇਹਨਾਂ ਜੰਤੂਆਂ ਨੂੰ ਆਪਣੇ ਸਰੀਰ ਦਾ ਤਾਪਮਾਨ ਬਣਾਈ ਰੱਖਣ ਲਈ ਲਗਾਤਾਰ ਊਰਜਾ ਦੀ ਲੋੜ ਹੁੰਦੀ ਹੈ, ਤਾਂ ਇਹ ਵੰਡ ਇਸ ਕਾਰਜ ਨੂੰ ਪੂਰਾ ਕਰਨ ਵਿੱਚ ਸਹਾਈ ਸਾਬਿਤ ਹੁੰਦੀ ਹੈ। ਆਓ ਕੁਝ ਅਜਿਹੇ ਸਜੀਵਾਂ ਦੀਆਂ ਉਦਾਹਰਨਾਂ ਦੇਖੀਏ ਜਿਨ੍ਹਾਂ ਵਿੱਚ ਦਿਲ ਦੇ ਖਾਨਿਆਂ ਦੀ ਗਿਣਤੀ ਵੱਖੋ ਵੱਖਰੀ ਹੁੰਦੀ ਹੈ। ਇਹ ਗਿਣਤੀ ਊਰਜਾ ਦੀ ਲੋੜ ਮੁਤਾਬਕ ਹੁੰਦੀ ਹੈ, ਜਿਵੇਂ ਪਾਈਸਿਸ ਵਰਗ ਜਾਂ ਮੱਛੀਆਂ ਵਿੱਚ ਦਿਲ ਦੇ ਖਾਨੇ 2 ਹੁੰਦੇ ਹਨ। ਜਲ ਥਲੀ ਜੀਵ ਐਂਫੀਬੀਅਨਸ ਜਿਵੇਂ ਡੱਡੂ ਅਤੇ ਰਿੰਗਣ ਵਾਲੇ ਜੀਵ ਰੈਪਟਾਈਲਸ ਜਿਵੇਂ ਛਿਪਕਲੀ ਵਿੱਚ ਦਿਲ 3 ਖਾਨਿਆਂ ਵਾਲਾ ਹੁੰਦਾ ਹੈ। ਥਣਧਾਰੀ ਜੀਵ ਮੈਮਲਸ ਜਿਵੇਂ ਮਨੁੱਖ ਅਤੇ ਪੰਛੀ ਬਰਡਸ ਜਿਵੇਂ ਮੁਰਗੀ ਵਿੱਚ ਦਿਲ ਦੇ 4 ਖਾਨੇ ਹੁੰਦੇ ਹਨ। ਆਓ ਦਿਲ ਦੀ ਬਣਤਰ ਦੀ ਦੁਹਰਾਈ ਕਰੀਏ। ਦਿਲ ਦੇ 4 ਖਾਨੇ ਹਨ, ਉੱਪਰਲੇ 2 ਔਰੀਕਲ, ਨੀਚਲੇ 2 ਵੈਂਟਰੀਕਲ। ਇਹ ਦਿਲ ਦਾ ਖੱਬਾ ਪਾਸਾ ਹੈ ਔਰ ਇਹ ਦਿਲ ਦਾ ਸੱਜਾ ਪਾਸਾ ਕਹਾਉਂਦਾ ਹੈ। ਸੱਜੇ ਪਾਸੇ ਦੇ ਉੱਪਰ ਔਰੀਕਲ ਅਤੇ ਨੀਚਲੇ ਵੈਂਟਰੀਕਲ ਨੂੰ ਵੱਖ ਕਰਨ ਲਈ 3 ਨੁਕਰੀ ਵਾਲਵ ਮੌਜੂਦ ਹੈ। ਖੱਬੇ ਔਰੀਕਲ ਅਤੇ ਵੈਂਟਰੀਕਲ ਨੂੰ ਵੱਖ ਕਰਨ ਲਈ ਇੱਕ 2 ਨੁਕਰੀ ਵਾਲਵ ਮੌਜੂਦ ਹੈ। ਵਾਲਵ ਦਾ ਕਾਰਜ ਹੈ ਲਹੂ ਦਾ ਉੱਪਰ ਤੋਂ ਨੀਚੇ ਤਾਂ ਆਣ ਦੇਣਾ, ਪਰ ਨੀਚੇ ਤੋਂ ਵਾਪਸ ਉੱਪਰ ਨਾ ਜਾਣ ਦੇਣਾ। ਦਿਲ ਨੂੰ ਖੱਬੇ ਅਤੇ ਸੱਜੇ ਪਾਸੇ ਵਿੱਚ ਵੰਡਣ ਲਈ ਅੰਤਰ ਔਰੀਕੁਲਰ ਅਤੇ ਅੰਤਰ ਵੈਂਟਰੀਕੁਲਰ ਪਰਦੇ ਹਨ, ਤਾਂ ਜੋ ਸ਼ੁੱਧ ਅਤੇ ਅਸ਼ੁੱਧ ਲਹੂ ਆਪਸ ਵਿੱਚ ਨਾ ਰਲ ਸਕਣ। ਆਰੀਕਲ ਹਮੇਸ਼ਾ ਲਹੂ ਨੂੰ ਦਿਲ ਦੇ ਅੰਦਰ ਪ੍ਰਵੇਸ਼ ਕਰਨ ਦਿੰਦੇ ਹਨ ਅਤੇ ਵੈਂਟਰੀਕਲ ਹਮੇਸ਼ਾ ਲਹੂ ਨੂੰ ਦਿਲ ਤੋਂ ਬਾਹਰ ਭੇਜਦੇ ਹਨ। ਇਸ ਸਲਾਈਡ ਵਿੱਚ ਧਮਨੀਆਂ, ਕੋਸ਼ਿਕਾਵਾਂ ਅਤੇ ਸ਼ਿਰਾਵਾਂ ਵਿੱਚ ਤਾਲਮੇਲ ਦਰਸਾਇਆ ਗਿਆ ਹੈ। ਧਮਨੀ ਜਾਂ ਆਰਟਰੀ ਆਕਸੀਜਨ ਯੁਕਤ ਲਹੂ ਜਾਂ ਆਕਸੀਜਨੇਟਿਡ ਬਲੱਡ ਨੂੰ ਦਿਲ ਤੋਂ ਲੈ ਕੇ ਆਉਂਦੀ ਹੈ। ਇਸ ਨੂੰ ਲਾਲ ਰੰਗ ਨਾਲ ਦਿਖਾਇਆ ਗਿਆ ਹੈ। ਇਹ ਕੋਸ਼ਿਕਾਵਾਂ ਦੋਨੋਂ ਪਾਸੇ ਸੈੱਲਾਂ ਨਾਲ ਖੂਨ ਵਿੱਚੋਂ ਆਕਸੀਜਨ ਅਤੇ ਭੋਜਨ ਦਾ ਆਦਾਨ ਪ੍ਰਦਾਨ ਕਰਦੀਆਂ ਹਨ। ਸੈੱਲਾਂ ਵਿੱਚੋਂ ਫਾਲਤੂ ਕਾਰਬਨ ਡਾਈਆਕਸਾਈਡ ਵਾਪਸ ਇਹਨਾਂ ਕੋਸ਼ਿਕਾਵਾਂ ਵਿੱਚ ਚਲੀ ਜਾਂਦੀ ਹੈ। ਇਹ ਕੋਸ਼ਿਕਾਵਾਂ ਅੰਤ ਵਿੱਚ ਰਲ ਕੇ ਇਕੱਠੀਆਂ ਹੋ ਕੇ ਵੇਨ ਜਾਂ ਸ਼ਿਰਾਵਾਂ ਬਣਾਉਂਦੀਆਂ ਹਨ। ਕੋਸ਼ਿਕਾਵਾਂ ਸਰੀਰਕ ਅੰਗਾਂ ਦੇ ਸੈੱਲਾਂ ਨੂੰ ਆਕਸੀਜਨ, ਭੋਜਨ ਪਦਾਰਥ ਆਦਿ ਪਹੁੰਚਾਉਂਦੀਆਂ ਹਨ।
ਬਦਲੇ ਵਿੱਚ ਸੈੱਲਾਂ ਤੋਂ ਉਹਨਾਂ ਦੀ ਫਾਲਤੂ ਕਾਰਬਨ ਡਾਈਆਕਸਾਈਡ ਲੈ ਲੈਂਦੀਆਂ ਹਨ। ਇਹ ਕੋਸ਼ਿਕਾਵਾਂ ਆਕਸੀਜਨ ਰਹਿਤ ਲਹੂ, ਜਿਹਨੂੰ ਨੀਲਾ ਰੰਗ ਕਰਕੇ ਦਿਖਾਇਆ ਗਿਆ ਹੈ, ਲੈ ਕੇ ਜੁੜ ਕੇ ਸ਼ਿਰਾਵਾਂ ਬਣਦੀਆਂ ਹਨ। ਇਹ ਸ਼ਿਰਾਵਾਂ ਮੁੜ ਫੇਰ ਅੰਗਾਂ ਤੋਂ ਦਿਲ ਤੱਕ ਆਕਸੀਜਨ ਰਹਿਤ ਖੂਨ ਨੂੰ ਲੈ ਕੇ ਜਾਂਦੀਆਂ ਹਨ। ਵਿਦਿਆਰਥੀਓ, ਸਾਇੰਸ ਦੇ ਪੇਪਰ ਵਿੱਚ ਸਿਲੇਬਸ ਨਾਲ ਸੰਬੰਧਿਤ ਚਿੱਤਰਾਂ ਦੀ ਲੇਬਲਿੰਗ, ਜਿਸ ਨੂੰ ਭਾਗਾਂ ਦੇ ਨਾਮ ਲਿਖਣਾ ਵੀ ਕਿਹਾ ਜਾਂਦਾ ਹੈ, ਸੰਬੰਧੀ ਪ੍ਰਸ਼ਨ ਪੁੱਛਿਆ ਜਾਂਦਾ ਹੈ, ਜਿਸ ਤੋਂ ਤੁਸੀਂ ਪੂਰੇ ਅੰਕ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ। ਇਸ ਸਲਾਈਡ ਦੇ ਖੱਬੇ ਹੱਥ ਵਾਲਾ ਚਿੱਤਰ ਤੁਹਾਨੂੰ ਲੇਬਲ ਕਰਨਾ ਆਉਣਾ ਚਾਹੀਦਾ ਹੈ। ਸੱਜੇ ਹੱਥ ਦਾ ਚਿੱਤਰ ਇਸ ਦਾ ਜਵਾਬ ਹੈ, ਜੋ ਤੁਹਾਡੀ ਕਿਤਾਬ ਵਿੱਚੋਂ ਲਿਆ ਗਿਆ ਹੈ। ਦੁਹਰਾਈ ਤਹਿਤ ਇਹ ਸੱਜਾ ਔਰੀਕਲ ਹੈ, ਇਹ ਸੱਜਾ ਵੈਂਟਰੀਕਲ ਹੈ। ਖੱਬਾ ਔਰੀਕਲ, ਖੱਬਾ ਵੈਂਟਰੀਕਲ। ਉੱਪਰਲੇ ਸਰੀਰ ਤੋਂ ਆ ਰਹੀ ਮਹਾਸ਼ਿਰਾ, ਹੇਠਲੇ ਸਰੀਰ ਤੋਂ ਆ ਰਹੀ ਮਹਾਸ਼ਿਰਾ। ਤਾਂ ਇਸ ਪਾਸੇ ਵੱਲ ਸ਼ਿਰਾਵਾਂ ਹੋਣਗੀਆਂ। ਇਹ ਮਹਾਧਮਣੀ ਹੈ, ਇਹ ਫੇਫੜਾ ਧਮਨੀਆਂ ਹਨ, ਇਹ ਫੇਫੜਾ ਸ਼ਿਰਾਵਾਂ ਹਨ, ਔਰ ਆਹ ਹਿੱਸਾ ਅੰਤਰ ਔਰੀਕੁਲਰ ਅੰਤਰ ਵੈਂਟਰੀਕੁਲਰ ਪਰਦੇ ਨੂੰ ਦਰਸਾ ਰਿਹਾ ਹੈ। ਇਸ ਨੂੰ ਅਸੀਂ ਵੰਡ ਦੀ ਦੀਵਾਰ ਵੀ ਕਹਿ ਸਕਦੇ ਹਾਂ, ਜਾਂ ਇਸ ਨੂੰ ਸੈਪਟਮ ਵੀ ਕਿਹਾ ਜਾਂਦਾ ਹੈ।